स्वामी विवेकानंद ਦੀ ਯਾਦ ਵਿੱਚ ਉਹਨਾਂ ਦੇ ਮਹਾਨਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹ ਬਹੁਤ ਸਾਲ ਪਹਿਲੇ 1985 ਤੋਂ ਇਸ ਉਹਨਾਂ ਦੇ ਜਨਮ ਦਿਨ ਨੂੰ ਨੈਸ਼ਨਲ ਯੂਥ ਡੇ ਡਿਕਲੇਅਰ ਕੀਤਾ ਤਾਂ ਕਿ ਅਸੀਂ 12 ਜਨਵਰੀ ਉਹਨਾਂ ਦਾ ਜਨਮ ਦਿਨ ਦਾ ਦਿਨ ਹੈ 12 ਜਨਵਰੀ ਨੂੰ ਹਰ ਸਾਲ ਨੈਸ਼ਨਲ ਯੂਥ ਡੇ ਦੇ ਤੌਰ ਤੇ ਮਨਾਈਏ ਔਰ ਉਸ ਮਹਾਨ ਭਾਰਤ ਦੇ ਸਪੂਤ ਨੂੰ ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰੀਏ ਉਹਨਾਂ ਦੇ ਉਪਦੇਸ਼ਾਂ ਤੇ ਉਹਨਾਂ ਦੀ ਫਿਲਾਸਫੀ ਤੇ ਜੋ ਉਹਨਾਂ ਨੇ ਸਾਨੂੰ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਦਸੀਆਂ ਚੀਜ਼ਾਂ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ। ਏਬੀਪੀ ਨੇ ਸਾਲ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਜਿੱਦਾਂ ਸਕਰੀਨ ਟਾਈਮ ਟੂ ਗ੍ਰੀਨ ਟਾਈਮ ਇਹ ਅਸੀਂ ਪੂਰੇ ਦੇਸ਼ 'ਚ ਇੱਦਾਂ ਸੈਮੀਨਾਰ ਕਰਵਾ ਰਹੇ ਹਾਂ ਜਿਸ ਤੇ ਯੂਥ ਜਿਹੜਾ ਹੈਗਾ ਸਕਰੀਨ ਟਾਈਮ ਤੋਂ ਹਟ ਕੇ ਗ੍ਰੀਨ ਟਾਈਮ ਦੇ ਵੱਲ ਜਾਵੇ। ਇਹਦਾ ਮਤਲਬ ਸਿੰਪਲ ਹੈ ਕਿ ਸਕਰੀਨ ਟਾਈਮ ਦਾ ਮਤਲਬ ਹੈ ਕਿ ਆਪਾਂ ਫੋਨ ਯੂਜ਼ ਕਰਦੇ ਹਾਂ ਲੈਪਟਾਪ ਮੋਬਾਈਲ ਜਿਹੜਾ ਯੂਜ਼ ਕਰਦੇ ਹਾਂ ਉਹ ਸਾਨੂੰ ਜ਼ਰੂਰੀ ਤਾਂ ਹੈਗਾ ਪਰ ਆਪਾਂ ਉਹਨੂੰ ਉਨਾ ਹੀ ਯੂਜ਼ ਕਰੀਏ जितना साढ़े ताईं जरूरी हैगा। तो जैसे हम चैट जीपीटी यूज़ करते हैं या गूगल कि अगर किसी चीज़ का आंसर नहीं मिल रहा या चाहिए तो हम उसको बस देखें सर्च किया और सामने ही आ गया। बट मेरे को ये लगता है कि गूगल चैट जीपीटी जेमिनी यूज़ करने से हमको एक टेम्पररी आंसर मिल जाता है वो हमको नॉलेज देने में हेल्प नहीं करता क्योंकि मेरे को चाहिए मेरे को लगता है कि जैसे पहले मैं भी का बहुत ज़्यादा यूज़ करती थी ड्यूरिंग एग्ज़ाम स्पेशली कि हाँ ये क्वेश्चन पूछा तो ये लिख देते हैं ये सर्च कर लेते हैं। बट धीरे धीरे मैंने बुक्स पढ़ना स्टार्ट किया तो बुक्स पढ़ने से ये हुआ कि एक तो मेरे को पता लगने लग गया कि मैं जो पढ़ रही हूँ उसका डीपली क्या मीनिंग है उसका। स्वामी विवेकानंद ਦੀ ਯਾਦ ਵਿੱਚ ਉਹਨਾਂ ਦੇ ਮਹਾਨਤਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹ ਬਹੁਤ ਸਾਲ ਪਹਿਲੇ 1985 ਤੋਂ ਇਸ ਉਹਨਾਂ ਦੇ ਜਨਮ ਦਿਨ ਨੂੰ ਨੈਸ਼ਨਲ ਯੂਥ ਡੇ ਡਿਕਲੇਅਰ ਕੀਤਾ ਤਾਂ ਕਿ ਅਸੀਂ 12 ਜਨਵਰੀ ਉਹਨਾਂ ਦਾ ਜਨਮ ਦਿਨ ਦਾ ਦਿਨ ਹੈ 12 ਜਨਵਰੀ ਨੂੰ ਹਰ ਸਾਲ ਨੈਸ਼ਨਲ ਯੂਥ ਡੇ ਦੇ ਤੌਰ ਤੇ ਮਨਾਈਏ ਔਰ ਉਸ ਮਹਾਨ ਭਾਰਤ ਦੇ ਸਪੂਤ ਨੂੰ ਸਵਾਮੀ ਵਿਵੇਕਾਨੰਦ ਜੀ ਨੂੰ ਯਾਦ ਕਰੀਏ ਉਹਨਾਂ ਦੇ ਉਪਦੇਸ਼ਾਂ ਤੇ ਉਹਨਾਂ ਦੀ ਫਿਲਾਸਫੀ ਤੇ ਜੋ ਉਹਨਾਂ ਨੇ ਸਾਨੂੰ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਦਸੀਆਂ ਚੀਜ਼ਾਂ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ। ਇਸ ਦਿਨ ਇਸ ਤਰੀਕੇ ਦੇ ਨਾਲ ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਲੁਧਿਆਣਾ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਔਰ ਇਸ ਸੈਮੀਨਾਰ ਦੀ ਜਿਹੜੀ ਥੀਮ ਰੱਖੀ ਗਈ ਸਕਰੀਨ ਟਾਈਮ ਟੂ ਗ੍ਰੀਨ ਟਾਈਮ ਅੱਜ ਕੱਲ੍ਹ ਦੇ ਹਾਲਾਤ ਵਿੱਚ ਪਾਰਟਿਕੂਲਰਲੀ ਯੂਥ ਦੇ ਲਈ ਇਹ ਬਹੁਤ ਹੀ ਜ਼ਰੂਰੀ ਇੱਕ ਸੋਚਣ ਦਾ ਵਿਸ਼ੇ ਹੈ ਕਿ ਅਸੀਂ ਠੀਕ ਹੈ ਟੈਕਨੋਲੋਜੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਟੈਕਨੋਲੋਜੀ ਦੇ ਨਾਲ ਹੀ ਬਹੁਤ ਚੀਜ਼ਾਂ ਦੇ ਵਿੱਚ ਅਸੀਂ ਅੱਗੇ ਜਾਣਾ ਹੈ ਤਰੱਕੀ ਕਰਨੀ ਹੈ ਲੇਕਿਨ ਟੈਕਨੋਲੋਜੀ ਨੂੰ ਆਪਣੇ ਆਪ 'ਤੇ ਹਾਵੀ ਨਹੀਂ ਹੋਣ ਦੇਣਾ ਇਸ ਕਦਰ ਕਿ ਅਸੀਂ ਟੈਕਨੋਲੋਜੀ ਨੂੰ ਵਰਤਦੇ ਆਪਣੀ ਜ਼ਿੰਦਗੀ ਦਾ ਹੀ ਜਿਹੜਾ ਅਸਲੀ ਮੁੱਲ ਹੈਗੇ ਆ ਉਹ ਖੋ ਦਈਏ ਆਪਣੀ ਸਿਹਤ ਗਵਾ ਦਈਏ ਆਪਣੀਆਂ ਅੱਖਾਂ 'ਤੇ ਐਸਾ ਬੁਰਾ ਅਸਰ ਪਵਾ ਲਈਏ ਆਪਣੀ ਸੋਚਣ ਦੀ ਸ਼ਕਤੀ ਨੂੰ ਘਟਾ ਦਈਏ। ਇਸ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਦੀ ਜਿਹੜੀ ਥੀਮ ਹੈ ਬਹੁਤ ਜ਼ਰੂਰੀ ਹੈ ਇਸ ਵਿਚਾਰਨ ਲਈ ਕਿ ਸਾਨੂੰ ਇੱਕ ਬੈਲੈਂਸ ਬਣਾਉਣਾ ਪਏਗਾ ਕਿ ਕਿੰਨਾ ਦੇਰ ਤੱਕ ਅਸੀਂ ਇਸ ਟੈਕਨੋਲੋਜੀ ਦੀ ਜਿਹੜੀ ਸਕਰੀਨ ਟਾਈਮ ਨੂੰ ਯੂਜ਼ ਕਰਕੇ ਇਹਦਾ ਇਸਤੇਮਾਲ ਕਰਨਾ ਜਿੰਨੀ ਦੇਰ ਤੱਕ ਜ਼ਰੂਰੀ ਹੈ ਸਾਡੇ ਲਈ ਜਿੰਨੀ ਦੇਰ ਤੱਕ ਸਾਨੂੰ ਅੱਗੇ ਚੱਲਣ ਲਈ ਇਹਦਾ ਇਸਤੇਮਾਲ ਜ਼ਰੂਰੀ ਹੈ ਉਨੀ ਦੇਰ ਕਰੋ ਲੇਕਿਨ ਉਹਦੇ ਨਾਲ ਜਿਹੜੀ ਸਾਡੀ ਕੁਦਰਤ ਹੈ ਜਿਹਦੀ ਅਸੀਂ ਪ੍ਰੋਡਕਟ ਹਾਂ ਜਿਹਦੀ ਪੈਦਾਇਸ਼ ਆ ਉਹਨੂੰ ਆਪਣੇ ਆਪ ਤੋਂ ਅਲੱਗਾ ਨਾ ਕਰੀਏ ਉਹਦੇ ਤੋਂ ਦੂਰ ਨਾ ਹੋਈਏ ਉਹਦੇ ਨਾਲ ਜੁੜੀਏ ਗ੍ਰੀਨ ਟਾਈਮ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਅਸੀਂ ਇਨਵੋਲਵ ਰੱਖੀਏ। ਸਰ ਤੁਸੀਂ ਸਕਰੀਨ ਟਾਈਮ ਦੀ ਗੱਲ ਏਬੀਪੀ ਨੇ ਸਾਲ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਜਿੱਦਾਂ ਸਕਰੀਨ ਟਾਈਮ ਟੂ ਗ੍ਰੀਨ ਟਾਈਮ ਇਹ ਅਸੀਂ ਪੂਰੇ ਦੇਸ਼ 'ਚ ਇੱਦਾਂ ਸੈਮੀਨਾਰ ਕਰਵਾ ਰਹੇ ਹਾਂ ਜਿਸ ਤੇ ਯੂਥ ਜਿਹੜਾ ਹੈਗਾ ਸਕਰੀਨ ਟਾਈਮ ਤੋਂ ਹਟ ਕੇ ਗ੍ਰੀਨ ਟਾਈਮ ਦੇ ਵੱਲ ਜਾਵੇ। ਇਹਦਾ ਮਤਲਬ ਸਿੰਪਲ ਹੈ ਕਿ ਸਕਰੀਨ ਟਾਈਮ ਦਾ ਮਤਲਬ ਹੈ ਕਿ ਆਪਾਂ ਫੋਨ ਯੂਜ਼ ਕਰਦੇ ਹਾਂ ਲੈਪਟਾਪ ਮੋਬਾਈਲ ਜਿਹੜਾ ਯੂਜ਼ ਕਰਦੇ ਹਾਂ ਉਹ ਸਾਨੂੰ ਜ਼ਰੂਰੀ ਤਾਂ ਹੈਗਾ ਪਰ ਆਪਾਂ ਉਹਨੂੰ ਉਨਾ ਹੀ ਯੂਜ਼ ਕਰੀਏ ਜਿੰਨਾ ਸਾਡੇ ਤਾਈਂ ਜ਼ਰੂਰੀ ਹੈਗਾ। ਜੇ ਆਪਾਂ ਵੱਧ ਤੋਂ ਵੱਧ ਯੂਜ਼ ਕਰਾਂਗੇ ਤਾਂ ਉਹਦੇ ਨਾਲ ਸਾਡੀ ਮੈਂਟਲ ਹੈਲਥ ਖਰਾਬ ਹੋਏਗੀ
ਆਈਜ਼ ਇਫੈਕਟ ਹੋਣਗੀਆਂ, ਹੋਰ ਹੀ ਬਹੁਤ ਸਾਰੀ ਮੈਂਟਲ ਜਿਹੜੀਆਂ ਸਾਡੀਆਂ ਬਿਮਾਰੀਆਂ ਜਿਹੜੀ ਫੈਲਦੀਆਂ ਜਾ ਰਹੀਆਂ ਹੈਗੀਆਂ। ਤੇ ਗ੍ਰੀਨ ਟਾਈਮ ਦਾ ਮਤਲਬ ਹੈਗਾ ਕਿ ਆਪਣੇ ਉਸ ਟਾਈਮ ਨੂੰ ਤੋਂ ਹਟ ਕੇ, ਸਕਰੀਨ ਟਾਈਮ ਤੋਂ ਹਟ ਕੇ ਗ੍ਰੀਨ ਟਾਈਮ ਦੀ ਤਰਫ ਜਾਈਏ, ਜਿੱਦਾਂ ਪਰਿਆਵਰਣ ਤੋਂ ਰਿਲੇਟਡ ਕੁਝ ਕੰਮ ਕਰੀਏ। ਜਿੱਦਾਂ ਆਪਣਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ, ਜਿੱਦਾਂ ਬਾਰਿਸ਼ ਨਹੀਂ ਹੋ ਰਹੀ 2 ਮਹੀਨਿਆਂ ਤੋਂ, ਬਹੁਤ ਘੱਟ, ਤੇ ਸਾਡੇ AQI 에ਅਰ ਕੁਆਲਿਟੀ ਇੰਡੈਕਸ ਇਤਨਾ ਹਾਈ ਹੋ ਗਿਆ ਹੈ ਕਿ ਬਹੁਤ ਜਿਹੜੀਆਂ ਪ੍ਰੋਬਲਮ ਜਿਹੜੀਆਂ ਵੱਧਦੀ ਜਾ ਰਹੀਆਂ, ਸਕਿਨ ਐਲਰਜੀਜ਼ ਔਰ ਅਸਥਮੈਟਿਕ ਪੇਸ਼ੈਂਟ ਦੇ ਬਹੁਤ ਬੁਰੇ ਇਸ ਟਾਈਮ ਹਾਲਾਤ ਹੈਗੇ। ਤੇ ਆਪਾਂ ਅਗਰ ਪੌਦਾ ਰੋਪਣ ਕਰਾਂਗੇ, ਪ੍ਰਕਿਰਤੀ ਦੇ ਨਾਲ ਜੁੜਾਂਗੇ, ਤਾਂ ਆਪਾਂ ਜਿਹੜਾ ਹੈਗਾ ਨਾ ਆਪਣੇ ਪਰਿਆਵਰਣ ਨੂੰ ਬਚਾ ਸਕਦੇ ਹਾਂ। ਅਗਰ ਜੇ ਸਾਡਾ ਪਰਿਆਵਰਣ ਸੁਰੱਖਿਅਤ ਰਹੇਗਾ ਤਾਂ ਅਸੀਂ ਤਾਂ ਸੁਰੱਖਿਅਤ ਰਹਾਂਗੇ, ਸਾਡੀ ਅੱਗੇ ਆਉਣ ਵਾਲੀ ਪੀੜ੍ਹੀਆਂ ਵੀ ਸੁਰੱਖਿਅਤ ਰਹਿਣਗੇ। ਉਹ ਵੀ ਕਹਿਣਗੇ ਕਿ ਜੇ ਸਾਡੇ ਪਿਛਲਿਆਂ ਨੇ ਕੁਝ ਕੀਤਾ ਸੀਗਾ ਤੇ ਅਸੀਂ ਉਹਦਾ ਕੁਝ ਭੋਗ ਰਹੇ ਹਾਂ, ਮਤਲਬ ਖਾ ਰਹੇ ਹੈਗੇ। ਅਦਰਵਾਈਜ਼ ਜਿਸ ਹਿਸਾਬ ਨਾਲ ਤੁਸੀਂ ਦੇਖੋ ਬ੍ਰਿਕਸ ਕੱਟੇ ਜਾ ਰਹੇ ਹੈਗੇ, ਸੜਕਾਂ ਬਣੀ ਜਾ ਰਹੀਆਂ ਹੈਗੀਆਂ, ਤੇ ਜਿਹੜੇ ਸਾਡੀ ਖੇਤੀਬਾੜੀ ਦੀ ਜ਼ਮੀਨ ਘਟਦੀ ਜਾ ਰਹੀ ਹੈਗੀ। ਤੇ ਯੁਵਾ ਜਿਹੜਾ ਹੈਗਾ, ਉਹ ਜਦੋਂ ਜ਼ਮੀਨ ਹੀ ਨਹੀਂ ਰਹੀ, ਉਹਦੇ ਕੋਲ ਆਪਸ਼ਨ ਹੀ ਨਹੀਂ ਹੈਗਾ, ਉਹ ਫੋਨ ਹੀ ਯੂਜ਼ ਕਰਨਾ ਉਹਨੇ। ਤਾਂ ਉਸ ਮੇਰਾ ਇੱਕ ਹੀ ਮੈਸੇਜ ਆ ਕਿ ਸਾਨੂੰ ਸਕਰੀਨ ਟਾਈਮ ਉਨਾ ਹੀ ਯੂਜ਼ ਕਰਨਾ, ਮੋਬਾਈਲ ਫੋਨ ਲੈਪਟਾਪ ਉਨਾ ਹੀ ਯੂਜ਼ ਕਰੋ ਜਿੰਨਾ ਸਾਨੂੰ ਜ਼ਰੂਰੀ ਹੈਗਾ। ਤੁਸੀਂ ਦੇਖੋ ਨਾ, ਜੇ ਆਪਾਂ ਰੀਲ ਦੇਖਣਾ ਸ਼ੁਰੂ ਕਰ ਦੇਗੇ ਫੋਨ ਤੇ ਇੱਕ ਰੀਲ ਆਉਂਦੀ ਹੈ, ਬੱਚੇ ਉਹਨੂੰ ਸਾਨੂੰ ਲੱਗਾ ਬੜੀ ਇੰਟਰਸਟਿੰਗ ਹੈ, ਜੋ ਆਪਾਂ ਸਕਰੋਲ ਕਰੀਏ ਦੂਜੀ ਰੀਲ ਤੀਜੀ ਰੀਲ, ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੇ 2 ਜਾਂ 3 ਘੰਟੇ ਇੱਦਾਂ ਹੀ ਵੇਸਟ ਹੋ ਗਏ। ਤਾਂ ਆਪਾਂ ਜਦੋਂ ਬਾਅਦ 'ਚ ਦੇਖਦੇ ਅੱਛਾ ਅਸੀਂ ਦੇਖਦੇ ਮੈਨੂੰ 4 ਘੰਟੇ ਹੋ ਗਏ ਫੋਨ ਤੇ, ਚਲੋ ਕੋਈ ਗੱਲ ਨਹੀਂ, 4 ਘੰਟੇ ਹੋ ਗਏ, ਕੋਈ ਗੱਲ ਨਹੀਂ, ਮੈਂ ਕੱਲ ਤੋਂ ਥੋੜਾ ਘੱਟ ਕਰਾਂ। ਕੱਲ ਤੁਸੀਂ ਦੇਖੋਗੇ 4 ਤੋਂ ਲੈ ਕੇ 5 ਘੰਟੇ ਆਪਾਂ ਯੂਜ਼ ਕਰਦੇ। ਇਹ ਸਿੰਪਲ ਜਿਹਾ ਮੈਸੇਜ ਹੈ ਕਿ ਇਨ ਸਾਰੀਆਂ ਚੀਜ਼ਾਂ ਤੋਂ ਹਟ ਕੇ ਜੇ ਯੂਥ ਹੈਗਾ ਉਹ ਆਪਣੀ ਡਿਵੈਲਪਮੈਂਟ ਦੀ ਤਰਫ ਫੋਕਸ ਕਰੇ, ਕਿਉਂਕਿ ਜੇ ਅਸੀਂ ਸਾਨੂੰ ਕੁਝ ਹਾਸਿਲ ਕਰਨਾ, ਸਕਸੈਸਫੁਲ ਹੋਣਾ ਹੈਗਾ, ਤਾਂ ਸਿੰਪਲ ਜਿਹਾ ਰਸਤਾ ਹੈਗਾ, ਸਾਨੂੰ ਪੜ੍ਹ ਲਿਖ ਕੇ ਅੱਗੇ ਜਾ ਸਕਦੇ ਹੈਗੇ। ਸਕਰੀਨ ਟਾਈਮ ਜਿਹੜਾ ਹੈਗਾ, ਸੋਸ਼ਲ ਮੀਡੀਆ, ਇਹ ਕੁਝ ਟਾਈਮ ਤਾਈਂ ਤਾਂ ਠੀਕ ਹੈ, ਬਟ ਇਹ ਸਾਨੂੰ ਮੈਂਟਲੀ हार्म करता पिया हैगा। मेरा नाम दिया बख्शी है। सो मैं ये कहना चाहती हूँ कि जैसे हम स्टूडेंट्स हैं, जैसे काफ़ी लोगों का काम का प्रेशर होता है, हम स्टूडेंट्स को भी हमारे एग्ज़ाम्स आते हैं, हमको भी काफ़ी चीज़ों का प्रेशर होता है। तो जैसे हम चैट GPT यूज़ करते हैं या गूगल, कि अगर किसी चीज़ का आंसर नहीं मिल रहा या चाहिए तो हम उसको बस देखें, सर्च किया और सामने ही आ गया। बट मेरे को ये लगता है कि गूगल, चैट GPT, जेमिनी यूज़ करने से हमको एक टेम्पररी आंसर मिल जाता है, वो हमको नॉलेज देने में हेल्प नहीं करता। क्योंकि मेरे को चाहिए, मेरे को लगता है कि जैसे पहले मैं भी का बहुत ज़्यादा यूज़ करती थी ड्यूरिंग एग्ज़ाम स्पेशली, कि हाँ ये क्वेश्चन पूछा तो ये लिख देते हैं, ये सर्च कर लेते हैं। बट धीरे धीरे मैंने बुक्स पढ़ना स्टार्ट किया, तो बुक्स पढ़ने से ये हुआ कि एक तो मेरे को पता लगने लग गया कि मैं जो पढ़ रही हूँ उसका डीपली क्या मीनिंग है उसका, एंड वो जो चीज़ है जो मैं पढ़ती हूँ, अगर हम खुद पढ़ते हैं तो वो चीज़ ज़्यादा लंबे समय तक हमको याद रहता है, जो कि हम आगे हम किसी को बता भी सकते कि ऐसा है। पर अगर हम छोटी छोटी चीज़ों के पीछे अगर हम गूगल पे ये चीज़ सर्च कर ले, वो सर्च कर ले, तो वो एक टेम्पररी वो काम करता है, जिससे हमको बस एक शॉर्ट पीरियड के लिए याद रहता है। मेरे को लगता है कि ये हमारा कहीं ना कहीं टाइम का ख़राबी भी है, क्योंकि एक शॉर्ट टाइम के लिए याद रहता है, ज़्यादा देर के लिए नहीं याद रहता। तो जिस वजह से अगर हम बुक पढ़ेंगे तो उसमें मेरे को लगता है कि ज़्यादा फ़ायदा है। एंड मोर ओवर जो है कि जैसे डॉक्टर्स भी कहते हैं कि अगर आपका कुछ आपको डाउन फील हो रहा है या आपको लग रहा है कि आप बीमार हो, तो आप थोड़ी देर की सैर करने चल जाओ 10 मिनट के। तो आज का प्रोग्राम जो है ABVP की हमारी एक बॉडी है, स्टूडेंट्स फॉर डेवलपमेंट। तो हमारा थीम जो था, जो टॉपिक था सेमिनार का, वो था स्क्रीन टाइम टू ग्रीन टाइम। और ये हमने नेशनल यूथ डे के मौके पे हमने, जो कि स्वामी विवेकानंद जी की बर्थ एनिवर्सरी होती है, उस मौके पे हमने ये सेमिनार करवाया। तो क्या क्या मोटिवेशन रहा ये? आज मतलब एक सोसाइटी की नीड है कि हम यूथ को, जब से एक बात हम देख सकते हैं कि कोरोना टाइम से लेकर मतलब अभी तक का जो प्रेजेंट टाइम है, हम यूथ को मोबाइल की तरफ इतना अट्रैक्टिव देखते हैं, तो वो आकर्षण थोड़ा कम करना चाहिए आज के टाइम पे, कि हम अपनी एक रियल लाइफ में भी उतना पार्टिसिपेशन दें जितना हम सोशल मीडिया या अपना मोबाइल पे दे रहे हैं। तो ये मेन मोटिव था कि स्क्रीन टाइम टू ग्रीन टाइम, हम स्क्रीन टाइम जो हमारा इतना ज़्यादा बढ़ रहा है उससे हम ग्रीन टाइम की तरफ जाए। चीफ गेस्ट कौन